Director sir, HODs, faculty members, and my dear students. Very good afternoon to all of you. Students, today we are here to have a seminar on importance of journals, magazines in our daily life. जो हमारे जर्नल्स हैं इसकी हमारी डेली लाइफ में क्या इंपॉर्टेंस है. टेक्निकल जर्नल्स टू इंक्रीज अवर नॉलेज, राइट. और जो एडवांसमेंट है, ठीक है, टेक्नोलॉजी में, वो हमें जर्नल्स के थ्रू पता लगती है कि ये कोर्स में कौन कौन सी एडवांसमेंट हुई है, ये टेक्नोलॉजी में कौन कौन सी एडवांसमेंट हुई है. सो फॉर दिस वी हैव द एमिनेंट स्पीकर्स टुडे. We have Twinkle ma'am and Nitesh Joshi who will speak on today's topic. So firstly I request Twinkle ma'am to come forward and have a few words on the importance of journals and magazine in today's life. Twinkle ma'am, please. To each and everyone present here, today I am going to speak on the topic of academic journals. Journal is a scholarly publication containing the articles written by the researchers, professors and the experts. Journals focus on a specific field of studies. So the academic journals are the journals which simple words की हुंदा हैगा, मतलब कि ਜਿਹੜੇ ਹੁੰਦੇ ਹੈਗੇ ਜਰਨਲਸ, ਮਤਲਬ ਕਿ ਜਿਹੜੇ ਆਪਾਂ ਆਪਣੀ ਕੀ ਕਹਿੰਦੇ ਡੇ ਟੂ ਡੇ ਆਪਣੀ ਸਕੂਲ ਲਾਈਫ 'ਚ, ਆਪਣੀ ਕੀ ਕਹਿੰਦੇ ਕਾਲਜ ਲਾਈਫ 'ਚ ਯੂਜ਼ ਕਰਦੇ, ਉਹਨਾਂ ਨੂੰ ਆਪਾਂ ਬੋਲਦੇ ਹਾਂ ਕੀ ਕਹਿੰਦੇ ਅਕੈਡਮਿਕ ਜਰਨਲਸ. ਸੋ ਦ ਫਰਸਟ ਐਂਡ ਦੀ ਫੋਰਮੋਸਟ ਇੰਪੋਰਟੈਂਸ ਆਫ ਦੀ ਜਰਨਲਸ ਆਰ they provide and the outlet for the researchers to the share their findings. and the ਕੀ ਕਹਿੰਦੇ ਫਰਸਟ ਇੰਪੋਰਟੈਂਸ ਕੀ ਹੈ ਕਿ ਉਹਨਾਂ ਨੇ ਮਤਲਬ ਕਿ ਜੋ ਵੀ ਆਪਣੀ ਕੀ ਕਹਿੰਦੇ ਰਿਸਰਚ ਦੇ ਵਿੱਚ ਕੀਤਾ ਹੁੰਦਾ ਉਹ ਆਪਣੇ ਉਹ ਵਾਲੇ ਮਤਲਬ ਕਿ ਜੋ ਉਹਨਾਂ ਲਿਖਿਆ ਹੁੰਦਾ ਜਰਨਲ ਦੇ ਵਿੱਚ ਕੀ ਕਹਿੰਦੇ ਪਾਉਂਦੇ ਆ, ਸੋ ਕਿ ਉਹਨਾਂ ਨੂੰ ਜਿਹੜੇ ਆਮ ਇਨਸਾਨ ਵੀ ਕਹਿੰਦੇ ਰੀਡ ਕਰ ਸਕਣ. ਗਿਵ ਰਾਈਜ਼ ਟੂ ਦ ਫਰਦਰ ਦ ਰਿਸਰਚ ਟੌਪਿਕਸ. ਸੋ ਦ ਸੈਕਿੰਡ ਇੰਪੋਰਟੈਂਸ ਕੀ ਹੈ ਕਿ ਜਿਹੜੇ ਕੀ ਕਹਿੰਦੇ ਜਰਨਲਸ ਹੁੰਦੇ, ਹੁਣ ਸਪੋਜ਼ ਇੱਕ ਕੀ ਕਹਿੰਦੇ ਜਰਨਲ ਦੇ ਵਿੱਚ ਕੋਈ ਵੀ ਉਹਦੇ ਵਿੱਚ ਕੀ ਕਹਿੰਦੇ ਰਿਸਰਚ ਦਾ ਟੌਪਿਕ ਹੈ, ਹੁਣ ਕੋਈ ਵੀ ਬੰਦਾ ਉਹਨੂੰ ਰੀਡ ਆਊਟ ਕਰੇਗਾ ਤਾਂ ਉਸ ਤੋਂ ਬਾਅਦ ਕੀ ਹੋਏਗਾ, ਉਹਦੇ ਅੱਗੇ ਜਿਹੜੇ ਕੀ ਕਹਿੰਦੇ ਫਰਦਰ ਜਿਹੜੇ ਉਹਦੇ ਟੌਪਿਕ ਹੋਣਗੇ ਉਹਦੇ ਉੱਪਰ ਵੀ ਕੀ ਕਹਿੰਦੇ ਉਹਨੂੰ ਮਤਲਬ ਕਿ ਰਿਸਰਚ ਹੋ ਸਕਦੀ ਹੈ. ਇਹ ਉਹਦੀ ਇੰਪੋਰਟੈਂਸ ਹੁੰਦੀ ਹੈ. ਉਸ ਤੋਂ ਬਾਅਦ ਕੀ ਹੁੰਦਾ ਹੈਗਾ, ਅਕੈਡਮਿਕ ਜਰਨਲਸ ਹੈਲਪ ਦੀ ਰਿਸਰਚਰਸ ਸਟੇ ਔਨ ਦੀ ਟੌਪ ਆਫ देयर ਫੀਲਡ ਬਾਈ ਦ ਪ੍ਰੋਵਾਈਡਿੰਗ them ਵਿਦ ਦ ਇਨਫੋਰਮੇਸ਼ਨ. ਸੋ ਉਹ ਕੀ ਕਰਦੇ, ਅਕੈਡਮਿਕ ਜਰਨਲਸ ਕੀ ਹੁੰਦਾ, ਜਿਹੜੇ ਵੀ ਰਿਸਰਚਰ ਨੇ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਰਿਸਰਚ ਕੀਤੀ ਹੁੰਦੀ ਆ, ਉਹ ਆਪਣੇ ਫੀਲਡ ਦੀ ਜਿਹੜੀ ਵੀ ਉਹਨਾਂ ਦੀ ਇੰਪੋਰਟੈਂਟ ਫੀਲਡਸ ਹੁੰਦੇ ਆ, ਮਤਲਬ ਜਿਹੜੀ ਵੀ ਫੀਲਡ ਦੇ ਵਿੱਚ ਇੰਪੋਰਟੈਂਟ ਟੌਪਿਕਸ ਹੁੰਦੇ ਆ ਉਹਨਾਂ ਤੇ ਰਿਸਰਚ ਕਰਦੇ ਆ. ਉਹਦੇ ਨਾਲ ਕੀ ਹੁੰਦਾ, ਜਿਹੜੇ ਸਟੂਡੈਂਟਸ ਨੂੰ ਅੱਜ ਕੱਲ੍ਹ ਦੇ ਇੰਪੋਰਟੈਂਟ ਜਿਹੜੇ ਟੌਪਿਕਸ ਦੇ ਉੱਤੇ ਮਤਲਬ ਕਿ ਉਹਨਾਂ ਦੇ ਬਾਰੇ ਪਤਾ ਚੱਲਦਾ ਹੈ ਤੇ ਉਹਨਾਂ ਨੂੰ ਰੀਡ ਕਰਕੇ ਆਪਣੀ ਜਿਹੜੀ ਕੀ ਕਹਿੰਦੇ ਨੌਲੇਜ ਨੂੰ ਐਨਹਾਂਸ ਕਰਦੇ ਆ. So the next importance is academic journals are a great way to so ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ academic journal ਜਿਹੜੀ ਅੱਜ ਕੱਲ੍ਹ ਦੇ ਫੀਲਡ ਦੇ ਵਿੱਚ ਜਿਹੜੀ ਕੀ ਕਹਿੰਦੇ ਪ੍ਰੋਗਰੈਸ ਹੋਈ ਹੁੰਦੀ ਹੈ, ਮਤਲਬ ਕਿ ਜਿਹੜੀ ਕਹਿੰਦੇ ਸਾਇੰਸ ਦੇ ਵਿੱਚ ਕੀ ਕਹਿੰਦੇ ਪ੍ਰੋਗਰੈਸ ਹੋਈ ਹੁੰਦੀ. ਹੁਣ ਸਪੋਜ਼ ਸਾਡੇ ਕੋਲ ਕਿੰਨੇ ਸਾਰੇ ਕੀ ਕਹਿੰਦੇ ਇੱਥੇ ਉਹ ਹੈਗੇ, ਮਤਲਬ ਕਿ ਇੱਥੇ ਕੀ ਕਹਿੰਦੇ ਮਤਲਬ ਉਹ ਹੈਗੇ ਆ, ਜਿਵੇਂ ਸਾਡੇ ਕੋਲ ਕਹਿੰਦੇ DMLT ਦਾ ਡਿਪਲੋਮਾ. ਸੋ DMLT ਦੇ ਵਿੱਚ ਜਿਹੜੀ ਰਿਸਰਚ ਹੋਏਗੀ, ਹੁਣ ਜਿਹੜੇ ਹੋਰ ਡਿਪਲੋਮੇ ਦੇ ਸਟੂਡੈਂਟਸ ਹੈ ਉਹਨਾਂ ਨੂੰ DMLT ਜਿਹੜੀ ਰਿਸਰਚ ਹੋਏਗੀ ਉਹ ਉਹਨਾਂ ਨੂੰ ਕੀ ਕਹਿੰਦੇ ਟਾਈਮ ਟੂ ਟਾਈਮ ਕਿੱਦਾਂ ਪਤਾ ਚੱਲੇਗੀ. ਹੁਣ ਸਾਡੇ ਜਿਹੜੇ ਲਾਇਬ੍ਰੇਰੀ 'ਚ ਜਿਹੜੇ ਜਰਨਲਸ ਹੈ ਉਹਨਾਂ ਨੂੰ ਜੋ ਰੀਡ ਆਊਟ ਕਰਨਗੇ ਤਾਂ ਉਹਨਾਂ ਨੂੰ ਉੱਥੋਂ ਦੀ ਜਿਹੜੀ ਅੱਜ ਕੱਲ੍ਹ ਦੀ ਰਿਸਰਚ ਦੇ ਟੌਪਿਕ ਉਹਨਾਂ ਬਾਰੇ ਉਹਨਾਂ ਨੂੰ ਕੀ ਕਹਿੰਦੇ ਨੌਲੇਜ ਹੋਏਗੀ. ਸੋ ਇਨ ਦ ਐਂਡ ਦ ਅਕੈਡਮਿਕ ਜਰਨਲਸ ਆਰ ए की कंपोनेंट ऑफ द साइंटिफिक रिसर्च एंड द डिस्कवरी. थैंक यू. ट्विंकल मैम. स्टूडेंट्स, ट्विंकल मैम ने बहुत ही अच्छे तरीके से आपको एकेडमिक जर्नल्स के बारे में बताया कि कोई भी लेटेस्ट जो इन्वेंशन है, डिस्कवरी है, कोई भी जो आपके एकेडमिकली, ठीक है, जिसका आपको नहीं पता, थ्रू जर्नल्स वो आपको पता चल जाता है, राइट. और इसके साथ ही जो मैगजीन्स हैं, जैसे मंथली मैगजीन्स आती हैं, 6 मंथ्स मैगजीन्स आती हैं, उसमें भी जो करंट इश्यूज है, करंट डेवलपमेंट है टेक्नोलॉजी में, सो जो आपके एकेडमिक्स के लिए ज़रूरी है, सो आपको उससे नॉलेज हो सकती है. सो हमारी लाइब्रेरी में भी ये सारे जर्नल्स अवेलेबल हैं. फॉर एग्जांपल ऑटोमोबाइल इंडस्ट्री में जैसे आज बूम आया है, EV व्हीकल्स आ गए हैं, राइट. सो इसके ऊपर लेटेस्ट जर्नल, देयर आर मैनी जर्नल्स ऑन EV व्हीकल्स, ठीक है. और सेम एज इन इलेक्ट्रिकल
ठीक है। न्यू थिंग्स आई हैं फॉर द जैसे इलेक्ट्रिसिटी इन होम अप्लायंसेस, ठीक है, घरों में जो इलेक्ट्रिसिटी है, सिक्योरिटी सिस्टम है, होम सिक्योरिटी सिस्टम्स है, ठीक है। सो लेजर ऑपरेटेड सिस्टम्स आए हैं। सो इसके भी जो है जर्नल्स वो हमारे पास अवेलेबल हैं। ये आपके फायदे के लिए ही है। आप गो टू द लाइब्रेरी एंड रीड ऑल द जर्नल्स सो दैट आपकी जो नॉलेज है उसको आप एनहांस कर सको, राइट। So now I request Joshi sir to please come forward and put some light on academic journals and magazine. Nitesh Joshi sir. Good afternoon all, and today I am going to deliver my lecture on the importance of journals. Journals basically are the books published by the national and international publishers on some topics. Mostly journals are paid journals. You need to pay them, and if you want to access their journals, either you need to pay them half yearly or yearly to access those journals. As Twinkleman said, journals are wrote by the researchers, the scholars, the engineers and professors. So in my opinion, if you want to read the journals, you need to have the basic knowledge of that topic. Basic knowledge, like in electrical and electronics department, the important topic is silicon. All the equipments or small components are made up of, mostly components are made up of silicon. If you are going to study the latest development on silicon, what is happening in Silicon Valley? Silicon Valley is a place where thousands of engineers are working. Now if you want to get the latest development in the field of silicon, you need to have the knowledge, basic knowledge of silicon, which your teachers are teaching you in the classes of diploma. So for that you need to go through your books. As I was going through an article in the journal which was written by the professor, and it was about the PLC. PLC is the latest development in the field of electrical engineering, by which all the industrial processes are controlled by the PLC. But to read that, before you are going to start that article on PLC which was written by the professor, you need to have the basic knowledge of PLC. Like he wrote that now the latest development in the field of PLC is they are increasing the number of inputs and outputs, but you need to have the knowledge how many inputs and outputs before the PLC is having. अगर आपको ये पता होगा कि पीएलसी में पहले कितनी इनपुट और आउटपुट की पीएलसी हमारे पास अवेलेबल थी, या पीएलसी है क्या, कैसे काम करती है, आप फिर ही उस आर्टिकल को पढ़ोगे तो आपको कोई समझ आएगा ना उस आर्टिकल में से। तो उसके लिए ये ज़रूरी है कि आप अपने डिप्लोमा की क्लासेस जो हैं, आपकी बुक्स जो हैं, उन्हें पहले गो थ्रू हो अच्छी तरह से, फिर आर्टिकल्स जो जर्नल्स के हैं उन्हें पढ़ना स्टार्ट करें। थैंक यू जोशी सर। स्टूडेंट्स, जोशी सर ने आपको बहुत ही अच्छे तरीके से समझाया कि जो जर्नल्स हैं उसकी आपकी लाइफ में क्या इम्पोर्टेंस है। आप अच्छे से जो जर्नल्स हैं उसके गो थ्रू हो। इन्होंने जोशी सर ने इलेक्ट्रिकल डिपार्टमेंट, बेसिकली जो स्टूडेंट्स फ्रॉम द इलेक्ट्रिकल डिपार्टमेंट जो यहाँ बैठे हुए हैं, पीएलसी प्रोग्रामिंग के बारे में इन्होंने आपको बताया कि दैट द व्हाट्स द इम्पोर्टेंस ऑफ पीएलसी प्रोग्रामिंग। सो इन द नेक्स्ट आप जब 4th सेमेस्टर में हो जाओगे इलेक्ट्रिकल वाले, दैट यू विल कम टू नो अबाउट द पीएलसी एंड ऑल। सो नाउ आई रिक्वेस्ट आवर डायरेक्टर सर to please have a concluding words on today's seminar. Director sir, please. ਅੱਜ ਦਾ ਜੋ ਸੈਮੀਨਾਰ ਰੱਖਿਆ ਸੀ ਅਸੀਂ, ਇੰਪੋਰਟੈਂਸ ਆਫ ਜਰਨਲਸ ਇਨ ਐਨ ਐਜੂਕੇਸ਼ਨਲ ਇੰਸਟੀਟਿਊਸ਼ਨ, ਉਹਦੇ ਬਾਰੇ ਸਾਡੇ ਵੱਖ-ਵੱਖ ਸਪੀਕਰਸ ਨੇ ਤੁਹਾਨੂੰ ਬੇਸਿਕ ਸਾਰੀ ਚੀਜ਼ਾਂ ਜਿਹਦੀ
ਕਿੱਥੇ ਮਹੱਤਤਾ ਹੈਗੀ ਆ, ਕਿੱਥੇ ਯੂਜ਼ ਆਪਾਂ ਕਰ ਸਕਦੇ ਆ, ਕਿਸ ਤਰ੍ਹਾਂ ਦੀ ਅਵੇਅਰਨੈਸ ਮਿਲਦੀ ਆ, ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਜੋ ਤੁਹਾਡਾ ਲੈਵਲ ਹੈਗਾ ਜੀ, ਡਿਪਲੋਮਾ ਲੈਵਲ ਹੈਗਾ ਆ, ਡਿਪਲੋਮੇ ਲੈਵਲ ਤੱਕ ਜਾਂ ਬੀਟੈਕ ਲੈਵਲ ਤੱਕ ਅਸੀਂ ਪ੍ਰੋਜੈਕਟ ਵਰਕ ਤੱਕ ਹੀ ਰਹਿੰਦੇ ਆ। ਜੇ ਪ੍ਰੋਜੈਕਟ ਵਰਕ 'ਚ ਅਸੀਂ ਕੋਈ ਵੱਖਰੀ ਚੀਜ਼ ਕਰਦੇ ਆ ਜਿਹੜੀ ਅਜੇ ਤੱਕ ਨਹੀਂ ਹੋਈ, ਦੈਨ ਇਟ ਬਿਕਮਸ ਪੇਟੈਂਟ। ਤੁਸੀਂ ਪੇਟੈਂਟ ਨੂੰ ਲਾਓ ਕਰਾ ਸਕਦੇ ਹੋ। ਜੋ ਵੱਖਰੀ ਰਿਸਰਚ ਕਿਸੇ ਨੇ ਕੀਤੀ ਆ, ਕੋਈ ਸ਼ਾਈਨਿੰਗ ਸਟੂਡੈਂਟ ਹੁੰਦਾ ਆ, ਉਹਨੇ ਨਵੀਂ ਚੀਜ਼ ਕੋਈ ਇਨਵੈਂਸ਼ਨ ਕੀਤੀ ਆ, ਦੈਨ ਉਹ ਪੇਟੈਂਟ ਕਰਾ ਸਕਦਾ, ਉਹਦੀ ਰਾਇਲਟੀ ਵੀ ਮਿਲਦੀ ਉਹਨਾਂ ਨੂੰ। ਲੇਕਿਨ ਜੋ ਰਿਸਰਚ ਦਾ ਕੰਮ ਹੈ ਮੇਜਰ ਸ਼ੁਰੂ ਹੁੰਦਾ, ਦੈਟ ਇਜ਼ ਫਰੋਮ ਐਮਟੈਕ ਔਰ PhD। ਐਮਟੈਕ ਵਿੱਚ ਜਿੰਨੇ ਵੀ ਇੰਜੀਨੀਅਰਿੰਗ ਕਾਲਜ ਹੈਗੇ ਜਿੱਥੇ ਐਮਟੈਕ ਕਰਾਈ ਜਾਂਦੀ ਹੈ ਜਾਂ ਜਿੱਥੇ PhD ਕਰਾਈ ਜਾਂਦੀ ਆ, ਉੱਥੇ ਜੋ ਵੀ ਰਿਸਰਚ ਵਰਕ ਹੁੰਦਾ ਆ, ਹਰ ਇੱਕ ਸਟੂਡੈਂਟ ਨੂੰ ਅਲਾਟ ਕੀਤਾ ਜਾਂਦਾ ਆ, ਜਿਹਨੂੰ ਆਪਾਂ ਥੀਸਿਸ ਦੀ ਫਾਰਮ ਵਿੱਚ ਬਾਅਦ ਸਬਮਿਟ ਕਰਦੇ ਆ। ਜੋ ਵੀ ਪਹਿਲਾਂ ਰਿਸਰਚ ਹੋਈ ਆ ਉਹਦੀ ਆਨਗੋਇੰਗ ਉਹਦਾ ਪ੍ਰੋਸੈਸ ਚੱਲਦਾ ਰਹਿੰਦਾ, ਕਿਉਂਕਿ ਰਿਸਰਚ ਜਿਹੜੀ ਹੈਗੀ ਆ ਕਦੇ ਸਟੈਗਨੈਂਟ ਨਹੀਂ ਹੁੰਦੀ, ਹਮੇਸ਼ਾ ਹੀ ਆਨਗੋਇੰਗ ਰਹਿੰਦੀ ਆ। ਜਿਸ ਫੀਲਡ ਵਿੱਚ ਕਿਸੇ ਕੰਮ ਹੋਇਆ ਆ, ਉਹ ਤੋਂ ਗਾਂਹ ਹੀ ਕੀ ਕਰਨਾ ਚਾਹੁੰਦੇ ਆ। ਕੋਈ ਵੀ ਜੋ ਰਿਸਰਚ ਸਕਾਲਰ ਹੈਗਾ ਆ ਜਾਂ ਜੋ ਐਮਟੈਕ ਕਰਦਾ ਸਟੂਡੈਂਟ, ਉਹ ਬਾਅਦ 'ਚ ਕਨਕਲੂਜਨ ਵਿੱਚ ਇਹ ਜ਼ਰੂਰ ਲਿਖਦਾ ਵੀ ਫਿਊਚਰ ਜੋ ਹੈਗਾ ਆ 'ਚ ਆਪਾਂ ਹੋਰ ਆ ਕੰਮ ਹੋ ਸਕਦਾ ਆ। ਜਿਹੜਾ ਕਿਸੇ ਨੇ ਕੰਮ ਕੀਤਾ ਹੋਵੇ ਉਹ ਮੈਂਸ਼ਨ ਕਰਦਾ ਆਪਣੀ ਥੀਸਿਸ ਵਿੱਚ ਵੀ ਫਰਦਰ ਵਿੱਚ ਆਹ ਕੰਮ ਹੋ ਸਕਦਾ ਹੈ। ਤਾਂ ਨੈਕਸਟ ਸਟੂਡੈਂਟ ਜਿਹੜੇ ਆਉਂਦੇ ਆ ਫਿਰ ਉੱਤੇ ਕੰਮ ਕਰ ਲੈਂਦੇ ਆ। ਸੋ ਦੈਟ ਇਹ ਰਿਸਰਚ ਜਿਹੜੀ ਹੈਗੀ ਆ ਦੈਟ ਇਜ਼ ਆਨ ਗੋਇੰਗ ਪ੍ਰੋਸੈਸ। ਅਤੇ ਜਰਨਲ ਜੇ ਹੈਗੇ ਆ ਜਾਂ ਮੈਗਜ਼ੀਨ ਜੇ ਹੈਗੇ ਆ, ਉਹ ਜੋ ਕਿਸੇ ਵੀ ਇੰਸਟੀਟਿਊਸ਼ਨ ਮੰਗਾਏ ਜਾਂਦੇ ਆ, ਉਹਨਾਂ ਵਿੱਚ ਸਾਰੀ ਜੇ ਦਿੱਤੀਆਂ ਹੁੰਦੀਆਂ ਵੀ ਕਿੱਥੇ ਕਿੱਥੇ ਰਿਸਰਚ ਹੋਈ ਆ, ਕਿਸ ਕਿਸ ਬੰਦੇ ਨੇ ਰਿਸਰਚ ਕੀਤੀ ਆ। ਡਿਟੇਲ ਤੇ ਨਹੀਂ ਦਿੱਤੀ ਹੁੰਦੀ, ਲੇਕਿਨ ਉਹਦਾ ਅਬਸਟਰੈਕਟ ਦਿੱਤਾ ਹੁੰਦਾ ਹੈ। ਇੱਕ ਪਹਿਲੇ ਦਾ ਹੁੰਦਾ ਅਬਸਟਰੈਕਟ, ਜਦੋਂ ਅਸੀਂ ਕਿਤੇ ਆਪਣੇ ਕਾਨਫਰੰਸ ਵਿੱਚ ਅਸੀਂ ਭੇਜਦੇ ਹਾਂ, ਆਪਣੀ ਸਬਮਿਸ਼ਨ ਭੇਜਦੇ ਹਾਂ, ਆਪਣਾ ਆਰਟੀਕਲ ਭੇਜਦੇ ਹਾਂ, ਤੇ ਉਹ ਵੀ ਹਮੇਸ਼ਾ ਅਬਸਟਰੈਕਟ ਹੀ ਛਾਪਦੇ ਆ। ਅਬਸਟਰੈਕਟ ਤੋਂ ਸਾਨੂੰ ਆਈਡੀਆ ਲੱਗ ਜਾਂਦਾ ਵੀ ਇਹਦੇ ਪੇਪਰ ਮੇਨ 'ਚ ਕੀ ਹੈਗਾ ਆ, ਕਿਸ ਲੈਵਲ ਦੇ ਰਿਸਰਚ ਕੀਤੀ ਆ, ਕੀਵਰਡ ਦਿੱਤੇ ਹੁੰਦੇ ਉਹਨਾਂ ਨੇ। ਇਸ ਕਰਕੇ ਜੋ ਅਸੀਂ ਮੰਗਾਉਂਦੇ ਆ ਇੱਥੇ ਮੈਗਜ਼ੀਨ ਜਾਂ ਜਰਨਲਸ ਇਨ ਡਿਫਰੈਂਟ ਡਿਸਿਪਲਿਨਸ, ਤੁਸੀਂ ਉਹਨੂੰ ਪੜ੍ਹਿਆ ਕਰੋ। ਤੁਹਾਡੀ ਅਵੇਅਰਨੈਸ ਵਾਸਤੇ ਆ ਵੀ ਕਿਸ ਕਿਸ ਫੀਲਡ 'ਚ ਕਿਹੜਾ ਕਿਹੜਾ ਕੰਮ ਹੋ ਰਿਹਾ ਆ। ਮੈਂ ਖੁਦ ਵੀ ਮੈਂਬਰ ਹੈਗਾ ਆ ਇਹਦਾ ਇੰਸਟੀਚਿਊਸ਼ਨ ਆਫ ਇੰਜੀਨੀਅਰਸ ਇੰਡੀਆ ਕੈਲਕੱਟਾ ਜੋ ਹੈਗਾ ਆ, ਜਿਹਦਾ ਹੈੱਡ ਆਫ ਕੈਲਕੱਟਾ ਹੈਗਾ ਆ। ਕਿਸੇ ਨੇ ਡਿਪਲੋਮੇ ਤੋਂ ਬਾਅਦ ਬੀਟੈਕ ਰੈਗੂਲਰ ਨਹੀਂ ਕਰਨੀ, ਕੋਰਸਪੋਂਡੈਂਸ ਕਰਨੀ ਆ, ਤੇ ਉੱਥੋਂ ਆਪਾਂ ਬੀਟੈਕ ਕਰ ਵੀ ਸਕਦੇ ਹਾਂ। ਤੁਹਾਨੂੰ ਕੋਈ ਕਲਾਸਾਂ ਲਾਉਣ ਦੀ ਲੋੜ ਨਹੀਂ ਪੈਂਦੀ ਵੀ ਕਿਤੇ ਪਾਰਟੀਕੂਲਰ ਕਾਲਜ ਆ ਕੇ ਐਡਮਿਸ਼ਨ ਲਾਓਗੇ। ਤੁਸੀਂ ਉੱਥੇ ਐਡਮਿਸ਼ਨ ਲੈ ਕੇ ਤੇ ਐਜ਼ ਅ ਟੈਕਨੀਸ਼ੀਅਨ ਤੁਸੀਂ ਜੁਆਇਨ ਕਰਦੇ ਹੋ ਉੱਥੇ, ਤੇ ਸੈਕਸ਼ਨ A ਹੁੰਦਾ, ਸੈਕਸ਼ਨ B ਹੁੰਦਾ ਆ। ਉਹਦੇ ਤੁਹਾਨੂੰ ਨੋਟਸ ਵਗੈਰਾ ਉਹ ਪ੍ਰੋਵਾਈਡ ਕਰਾਉਂਦੇ ਆ। ਉਹਨੂੰ ਸਟੱਡੀ ਕਰਕੇ ਤੁਸੀਂ ਐਗਜ਼ਾਮ ਦੇ ਕੇ ਮਿਨੀਮਮ 50% ਮਾਰਕਸ ਲੈਣੇ ਹੁੰਦੇ, ਪਾਸਿੰਗ ਮਾਰਕਸ ਹੁੰਦੇ ਆ ਉਹਦੇ। ਇਹਦਾ ਜੋ ਹੈਗਾ ਜਿਹੜਾ ਹੈਗੇ ਸਬ ਆਫਿਸ ਹੈਗੇ ਆ, ਚੰਡੀਗੜ੍ਹ ਵੀ ਹੈਗਾ ਆ 19 ਸੈਕਟਰ ਵਿੱਚ, ਦੈਨ ਲੁਧਿਆਣੇ ਵੀ ਹੈਗਾ ਆ ਡੁਗਰੀ ਰੋਡ 'ਤੇ। ਉੱਥੇ ਜਾ ਕੇ ਤੁਸੀਂ ਮੀਟਅਪ ਕਰ ਸਕਦੇ ਹੋ, ਜਾਂ ਤੁਸੀਂ ਨੈੱਟ 'ਤੇ ਸਰਚ ਕਰ ਸਕਦੇ ਹੋ ਵੀ ਇੰਸਟੀਚਿਊਸ਼ਨ ਆਫ ਇੰਜੀਨੀਅਰਸ ਜਿਹੜਾ ਹੈਗਾ ਆ, ਉੱਥੇ ਅਸੀਂ ਕਿੱਦਾਂ ਮੈਂਬਰ ਬਣਨਾ। ਮੈਂਬਰ ਸਿਰਫ ਉਹੀ ਬਣ ਸਕਦਾ ਜਿਹਨੇ ਬੀਟੈਕ ਕੀਤੀ ਹੈ। ਡਿਪਲੋਮੇ ਵਾਲਾ ਮੈਂਬਰ ਨਹੀਂ ਬਣਦਾ ਉਹਦਾ। ਡਿਪਲੋਮੇ ਵਾਲਾ ਮੈਂਬਰ ਉਦੋਂ ਬਣੇਗਾ ਜਦੋਂ ਬੀਟੈਕ ਜੁਆਇਨ ਕਰ ਲਏਗਾ। ਐਜ਼ ਏ ਟੈਕਨੀਸ਼ੀਅਨ ਉਹ ਜੁਆਇਨ ਕਰਦੇ ਆ, ਅਤੇ ਉਹਦੇ ਤੁਸੀਂ ਜੋ ਸੈਕਸ਼ਨ A ਦੇ ਪੇਪਰ ਕਲੀਅਰ ਕਰਨੇ, ਫਿਰ B ਦੇ ਕਲੀਅਰ ਕਰਨੇ ਆ, ਫਿਰ ਤੁਹਾਨੂੰ ਬੀਟੈਕ ਦੀ ਜੋ ਡਿਗਰੀ ਉਹ ਪ੍ਰੋਵਾਈਡ ਕਰਦੇ ਆ। ਫਿਰ ਤੁਸੀਂ ਉਹਦਾ ਫੈਲੋ ਮੈਂਬਰ ਬਣ ਸਕਦੇ ਹੋ, ਕਾਰਪੋਰੇਟ ਮੈਂਬਰ ਬਣ ਸਕਦੇ ਹੋ। ਇਸ ਤਰ੍ਹਾਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਕੰਟੀਨਿਊ। ਅਤੇ ਉਹ ਵੀ ਨਾ ਹਰ ਮਹੀਨੇ ਐਪੀਟੋਮ ਦੇ ਫੋਰਮ ਵਿੱਚ ਸਾਨੂੰ ਆਉਂਦੇ ਆ, ਉਹਨਾਂ ਦੇ ਕੀ ਰਿਸਰਚ ਹੋਈ ਆ, ਸਾਰੇ ਇੰਡੀਆ ਵਿੱਚ ਕਿੱਥੇ ਕਿੱਥੇ ਕੰਮ ਹੋਇਆ ਆ, ਕਿੱਥੇ ਕਿੱਥੇ ਸੈਮੀਨਾਰ ਹੋਏ ਜਾਂ ਕਿੱਥੇ ਕਿੱਥੇ ਕਾਨਫਰੰਸ ਹੋਈਆਂ ਆ, ਉੱਥੇ ਕਿਸ ਤਰ੍ਹਾਂ ਦੇ ਸਪੀਕਰ ਹੈਗੇ, ਉਹ ਸਾਰਾ ਐਬਸਟਰੈਕਟ ਸਾਨੂੰ ਦਿੱਤਾ ਜਾਂਦਾ। ਮੈਂ ਜੋ ਫਰਵਰੀ ਮਹੀਨੇ ਦੇ ਹੈਗੇ 2 ਐਪੀਟੋਮ, ਉਹ ਅਸੀਂ ਲਵਾਏ ਵੀ ਹੈਗੇ ਆ ਲਾਇਬ੍ਰੇਰੀ ਵਿੱਚ। ਤੁਸੀਂ ਉਹਨੂੰ ਸਟੱਡੀ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਪ੍ਰੋਫੈਸਰ ਨੇ, ਕਿਸ ਕਿਸ ਫੀਲਡ 'ਚ, ਸਾਰੇ ਫੀਲਡ ਕਵਰ ਹੁੰਦੇ ਉਹ 'ਚ। ਮੇ ਬੀ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਜਿਸ ਤਰ੍ਹਾਂ ਦੇ ਫੀਲਡ ਹੈਗੇ ਨਾ, ਜਿਹੜੇ ਸਾਡੇ ਡਿਪਲੋਮੇ ਨਹੀਂ ਵੀ ਚੱਲਦੇ ਜਾਂ ਹੋਰ ਥਾਵਾਂ 'ਤੇ ਚੱਲਦੇ ਆ, ਉਹਨਾਂ ਦੇ ਫੀਲਡ ਵੀ ਸਾਰੇ ਕਵਰ ਹੁੰਦੇ ਆ। ਇਸ ਕਰਕੇ ਮੇਰਾ ਜੋ ਮੇਜਰ ਕਹਿਣ ਦਾ ਤੁਹਾਨੂੰ ਮਤਲਬ ਇਹ ਆ ਵੀ ਜਦੋਂ ਤੁਸੀਂ ਆਪਣੀ ਬੁੱਕਸ ਇਸ਼ੂ ਕਰਾਉਂਦੇ ਹੋ ਲਾਇਬ੍ਰੇਰੀ ਵਿੱਚ ਜਾ ਕੇ ਆਪਣੀ ਅਸਾਈਨਮੈਂਟ ਬਣਾਉਣ ਵਾਸਤੇ ਜਾਂ ਸਟੱਡੀ ਕਰਨ ਵਾਸਤੇ, ਉਹਦੇ ਲਾਗੇ ਸਾਡੇ ਜਰਨਲ ਵੀ ਪਏ ਹੁੰਦੇ ਆ। ਤੁਸੀਂ ਉੱਥੇ ਵੀ ਇੱਕ ਜ਼ਰੂਰ ਝਾਤੀ ਮਾਰਿਆ ਕਰੋ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਵੀ ਫੀਲਡ ਸਾਡੇ ਮੈਂ ਇਸ ਫੀਲਡ ਦੀ ਹੈਗੀ ਆ ਜਾਂ ਹੈਗਾ ਆ, ਮੈਂ ਸਾਡੇ ਇਸ ਫੀਲਡ 'ਚ ਗਾਂਹ ਕੀ ਕੀ ਪ੍ਰੋਗਰੈਸ ਹੋ ਰਹੀ ਆ, ਕੀ ਕੀ ਰਿਸਰਚ ਹੋ ਰਹੀ ਆ, ਥੋੜ੍ਹਾ ਤੁਹਾਨੂੰ ਇੱਕ ਆਈਡੀਆ ਮਿਲ ਜਾਂਦਾ। ਇਸੇ ਕਰਕੇ ਜਰਨਲ ਲਵਾਏ ਜਾਂਦੇ ਆ। ਇੰਸਪੈਕਸ਼ਨ ਕਮੇਟੀ ਜੋ ਆਉਂਦੀਆਂ ਬਾਹਰੋਂ ਸਾਡੇ ਇੰਸਪੈਕਸ਼ਨ ਕਰਨ ਵਾਸਤੇ, ਉਹ ਚੈੱਕ ਵੀ ਕਰਦੇ ਆ ਵੀ ਤੁਹਾਡੇ ਕਿਹੜੇ ਜਰਨਲ ਆ ਰਹੇ ਆ,
ਬੱਚੇ ਕੋਈ ਇਸ਼ੂ ਕਰਾ ਰਹੇ ਕਿ ਨਹੀਂ ਕਰਾ ਰਹੇ। ਅਸੀਂ ਮੋਸਟਲੀ ਟੀਚਰ ਨੂੰ ਇਹ ਦਿੰਦੇ ਆ, ਇਸ਼ੂ ਕਰਦੇ ਨੇ ਟੀਚਰ ਨੂੰ, ਉਹ ਟੀਚਰ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਵੀ ਕਰਿਆ ਕਰਨਗੇ ਵੀ ਕਿਸ ਫੀਲਡ 'ਚ ਕੰਮ ਹੋ ਰਿਹਾ ਆ। ਤੇ ਉਹਦੇ ਨਾਲ ਨਾਲ ਤੁਸੀਂ ਖੁਦ ਵੀ ਆਪਣੀ ਇੱਕ ਜ਼ਿੰਮੇਵਾਰੀ ਸਮਝੋ ਵੀ ਜੋ ਵੀ ਅਸੀਂ ਜਰਨਲਸ ਉੱਥੇ ਡਿਸਪਲੇ ਕਰਦੇ ਆ ਉਹਨੂੰ ਸਟੱਡੀ ਜ਼ਰੂਰ ਕਰੋ, ਤੁਹਾਨੂੰ ਕੁਛ ਨਾ ਕੁਛ ਜ਼ਰੂਰ ਮਿਲੇਗਾ। ਇਸੇ ਸੈਮੀਨਾਰ ਦਾ ਕਰਾਉਣ ਦਾ ਸਾਡਾ ਮੇਨ ਮਕਸਦ ਇਹੀ ਸੀ ਵੀ ਤੁਹਾਡੀ ਓਵਰਆਲ ਡਿਵੈਲਪਮੈਂਟ 'ਚ ਹੋਰ ਵੀ ਵਾਧਾ ਹੋ ਸਕੇ ਤੇ ਤੁਸੀਂ ਵੀ ਇਨ ਫਿਊਚਰ ਕਿਸੇ ਨੇ ਬੀਟੈਕ ਕਰਨੀ ਆ ਜਾਂ ਕਿਸੇ ਨੇ ਐਮਟੈਕ ਕਰਨੀ ਆ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਕੀ ਇੰਪੋਰਟੈਂਸ ਹੈਗੀ ਆ ਤੁਹਾਨੂੰ ਉਸ ਬਾਰੇ ਆਈਡੀਆ ਮਿਲ ਸਕੇ। ਇਸ ਤਰ੍ਹਾਂ ਦੇ ਸੈਮੀਨਾਰ ਵਗੈਰਾ ਅਸੀਂ ਫਿਰ ਵੀ ਕਰਾਉਂਦੇ ਰਵਾਂਗੇ ਤੇ ਤਾਂ ਜੋ ਤੁਹਾਡੀ ਹੈਗੀ ਸਾਰੀ ਓਵਰਆਲ ਡਿਵੈਲਪਮੈਂਟ ਹੁੰਦੀ ਰਹੇ ਤੇ ਤੁਹਾਡੀ ਬਿਹਤਰੀ 'ਚ ਕੰਮ ਚੱਲਦਾ ਰਹੇ। ਥੈਂਕ ਯੂ।